ਧੰਨ ਵਾਹਿਗੁਰੂ ਜੀਓ। ਸਹਜ ਅਵਲ ਧੂੜ ਮਣੀ ਗਾਡੀ ਚਾਲਤੀ, ਪੀਛੈ ਤਿਨਕਾ ਲੈ ਕਰ ਹਾਂਕਤੀ। ਜੈਸੇ ਪਨਕਤ ਥਰੂਟਿਟ ਹਾਂਕਤੀ, ਸਾਰ ਧੋਵਨ ਚਾਲੀ ਲਾਡੁਲੀ ਰਹਾ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਭਣਤ ਨਾਮ ਦਿਓ ਰਾਮ ਰਹਿਆ, ਆਪਣੇ ਭਗਤ ਪਰ ਕਾਰ ਦਇਆ। ਭਣਤ ਨਾਮ ਦੇਉ ਰਾਮ ਰਵੇ ਰਹਿਆ, ਆਪਣੇ ਭਗਤ ਪਰ ਕਰ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਿਹਰ ਦੇ ਪਾਤਰ ਬਣ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਹੁਣੇ ਹੀ ਸਰਵਣ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1196 ਉੱਪਰ ਭੈਰਵ ਰਾਗ ਤੋਂ ਬਾਅਦ ਜੋ ਬਸੰਤ ਰਾਗ ਦੇ ਵਿੱਚ 3 ਸ਼ਬਦ ਭਗਤ ਜੀ ਮਹਾਰਾਜ ਦੇ ਦਰਜ ਹਨ, ਇਹ ਤੀਸਰਾ ਸ਼ਬਦ ਹੈ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਥੋੜਾ ਜਿਹਾ ਇਸ ਦੀ ਸ਼ਬਦਾਵਲੀ ਬਾਰੇ ਸਮਝ ਲਈਏ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ। ਉਹਨਾਂ ਦੀ ਬਾਣੀ ਵਿੱਚ ਖੱਡੀ ਦੀ ਤਾਣਾ ਬਾਣਾ ਬੁਣਨ ਦੀ ਉਦਾਹਰਣ ਜਿਹੜੀ ਹੈ ਉਹ ਭਗਤ ਜੀ ਨੇ ਵਰਤੀ ਹੈ। ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਭਗਤ ਜੀ ਜਿਹੜੀ ਕਿਰਤ ਕਰਦੇ ਸਨ ਉਹ ਸੀ ਕੱਪੜਾ ਬੁਣਨਾ। ਬੁਣਨਾ ਤਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਹੈ ਸਰੀਰ। ਜਾਂ ਫਿਰ ਬਾਣੀ ਦੇ ਵਿੱਚ ਇਹ ਉਦਾਹਰਣ ਆਉਂਦੀ ਹੈ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਇਹ ਉਦਾਹਰਨਾਂ ਹਨ। ਮੈਂ ਇਸ ਦੇ ਅਰਥ ਨਹੀਂ ਕਰ ਰਿਹਾ ਕਿਉਂਕਿ ਪ੍ਰਕਰਨ ਲੰਮੇਰਾ ਹੋ ਜਾਏਗਾ। ਭਗਤ ਜੀ ਜਿਹੜੀ ਕਿਰਤ ਕਰਦੇ ਸਨ ਉਹ ਸੀ ਖੱਡੀ ਦੇ ਉੱਤੇ ਕੱਪੜਾ ਬੁਣਨਾ। ਇਹ ਉਹਨਾਂ ਦਾ ਪਿਤਾ ਪੁਰਖੀ ਕਿੱਤਾ ਸੀ। ਪਰਿਵਾਰ ਵਿੱਚ ਬਚਪਨ ਵਿੱਚ ਹੀ ਜਿਹੜਾ ਕਾਰਜ ਅੱਜ ਵਾਂਗ ਨਹੀਂ ਹੈ, ਅੱਜ ਥੋੜੇ ਜਿਹੇ ਤਰੀਕੇ ਬਦਲ ਗਏ ਹਨ। ਹਰ ਕੋਈ ਆਪਣੀ ਮਰਜ਼ੀ ਦੀ ਐਜੂਕੇਸ਼ਨ ਪੜ੍ਹਾਈ ਲੈ ਕੇ ਆਪਣੀ ਮਰਜ਼ੀ ਦਾ ਕਿੱਤਾ ਚੁਣ ਸਕਦਾ ਹੈ, ਫੀਲਡ ਚੁਣ ਸਕਦਾ ਹੈ। ਉਹਨਾਂ ਸਮਿਆਂ ਦੇ ਵਿੱਚ
ਪਿਤਾ ਪੁਰਖੀ ਕਿੱਤਾ ਹੀ ਕੀਤਾ ਜਾਂਦਾ ਸੀ, ਜੋ ਪਰਿਵਾਰ ਵਿੱਚ ਚੱਲਿਆ ਆ ਰਿਹਾ। ਬੱਚੇ ਛੋਟੇ ਹੁੰਦਿਆਂ ਹੀ ਆਪਣੇ ਘਰ ਦੇ ਵਡੇਰਿਆਂ ਦੇ ਨਾਲ ਹੱਥ ਵਟਾਉਂਦਿਆਂ ਵਟਾਉਂਦਿਆਂ ਉਹ ਚੀਜ਼ਾਂ ਸਿੱਖ ਜਾਂਦੇ ਸਨ, ਤੇ ਮਾਂ-ਬਾਪ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਸਿਖਾਉਣਾ ਸ਼ੁਰੂ ਕਰ ਦਿੰਦੇ ਸਨ, ਤਾਂ ਕਿ ਉਹ ਵੀ ਜਿਉਂ-ਜਿਉਂ ਵੱਡੇ ਹੋਣ ਤਿਉਂ-ਤਿਉਂ ਆਪਣਾ ਕੰਮ ਸਿੱਖ ਕੇ ਆਪਣੇ ਪੈਰਾਂ ਤੇ ਖੜੇ ਹੋ ਜਾਣ, ਆਪਣਾ ਰੁਜ਼ਗਾਰ ਕਿਰਤ ਚਲਾ ਸਕਣ। ਪਿਤਾ ਪੁਰਖੀ ਕਿੱਤਾ ਸੀ ਕੱਪੜਾ ਬੁਣਨਾ। ਬਾਬਾ ਕਬੀਰ ਸਾਹਿਬ ਮਹਾਰਾਜ ਨੇ ਵੀ ਉਹ ਸਿੱਖਿਆ ਤੇ ਉਹ ਕੀਤਾ। ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਜੋ ਪਿਤਾ ਪੁਰਖੀ ਪਰਿਵਾਰਕ ਕਿੱਤਾ ਸੀ, ਉਹ ਸੀ ਮਰੇ ਹੋਏ ਪਸ਼ੂ ਢੋਣਾ, ਖਲ ਲਾਉਣੀ, ਖਲ ਸਵਾਰਨੀ, ਤੇ ਉਹਦੇ ਜੁੱਤੇ ਆਦਿਕ ਜਾਂ ਹੋਰ ਚੀਜ਼ਾਂ ਜੋ ਬਣਾਈਆਂ ਜਾਂਦੀਆਂ ਨੇ ਉਹ ਬਣਾ ਕੇ ਵੇਚਣਾ। ਚਮਰਟਾ ਗਾਂਠ ਨਾ ਜਾਣਈ ਲੋਗ ਠਾਵੈ ਪਨਹੀ ਆਰ ਨਹੀਂ ਜੇ ਤੋਪੋ ਨਹੀਂ ਰਾਂਬੀ ਠਾਉ ਰੁਕ। ਸ਼ਬਦ ਆਪਾਂ ਵਿਚਾਰਿਆ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਜੋ ਪਿਤਾ ਪੁਰਖੀ ਪਰਿਵਾਰਕ ਕਿੱਤਾ ਰਿਹਾ, ਜਿਹੜਾ ਰੁਜ਼ਗਾਰ ਉਹਨਾਂ ਵੀ ਕੀਤਾ, ਉਹ ਸੀ ਕੱਪੜੇ ਸੀਣੇ, ਕੱਪੜੇ ਧੋਣੇ। ਇਹ ਉਹਨਾਂ ਦਾ ਕਿੱਤਾ ਸੀ। ਕੱਪੜੇ ਸੀਣੇ ਤੇ ਵੱਡੇ ਘਰਾਂ ਦੇ ਜਿਹੜੇ ਕੱਪੜੇ ਹੁੰਦੇ ਉਹ ਨਦੀ ਦੇ ਘਾਟ ਦੇ ਉੱਤੇ ਧੋ ਕੇ, ਸੁਕਾ ਕੇ, ਤਹਿ ਲਾ ਕੇ ਫਿਰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਣਾ। ਇਹ ਉਹਨਾਂ ਦਾ ਰੁਜ਼ਗਾਰ ਕਿੱਤਾ ਸੀ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਖੱਡੀ ਦੀ ਉਦਾਹਰਣ, ਤਾਣਾ ਬਾਣਾ ਬੁਣਨ ਦੀ ਉਦਾਹਰਣ ਬਾਣੀ ਦੇ ਵਿੱਚ ਦੇ ਕੇ ਇੱਕ ਉਪਦੇਸ਼ ਦ੍ਰਿੜ ਕਰਾਇਆ, ਇਸੇ ਤਰ੍ਹਾਂ ਭਗਤ ਰਵਿਦਾਸ ਸਾਹਿਬ ਮਹਾਰਾਜ ਨੇ ਚਮੜੇ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਜੀਵਨ ਮਾਰਗ ਦੇ ਵਿੱਚ ਮੋਹ ਜਾਂ ਲੋਭ ਆਦਿਕ ਤੋਂ ਕਿਵੇਂ ਉੱਪਰ ਉੱਠਣਾ ਹੈ, ਇਸ ਬਾਰੇ ਉਪਦੇਸ਼ ਦਿੱਤਾ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਜਿਹੜਾ ਸ਼ਬਦ ਆਪਾਂ ਪੜ੍ਹਿਆ, ਇਸ ਵਿੱਚ ਉਹਨਾਂ ਨੇ ਕੱਪੜੇ ਧੋਣ ਵਾਲੀ ਜਿਹੜੀ ਉਦਾਹਰਣ ਹੈ ਉਹਨੂੰ ਬਾ ਕਮਾਲ ਢੰਗ ਨਾਲ ਵਰਤ ਕੇ ਸਾਨੂੰ ਅੰਤਰਾਤਮੇ ਦੀ ਮੈਲ ਧੋਣ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਪਿੱਛੇ ਆਪਾਂ ਇੱਕ ਸ਼ਬਦ ਵਿਚਾਰਿਆ ਹੈ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ, ਸੋਨੇ ਕੀ ਸੂਈ ਰੁਪਏ ਕਾ ਧਾਗਾ ਨਾਮੇ ਕਾ ਚਿੱਤ ਹਰਸਿਓ ਲਾਗਾ। ਹੁਣ ਸੋਨੇ ਦੀ ਸੂਈ ਹੈ ਤੇ ਚਾਂਦੀ ਦਾ ਧਾਗਾ ਹੈ, ਨਾਮਦੇਵ ਜੀ ਦਾ ਚਿੱਤ ਇਵੇਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਇੱਕ ਸੁਰ ਹੋ ਗਿਆ। ਉਹ ਸ਼ਬਦ ਆਪਾਂ ਵਿਚਾਰਿਆ, ਸੀਣ, ਕੱਪੜੇ ਸੀਣ ਦਾ ਜਿਹੜਾ ਕਿੱਤਾ ਹੈ ਉਹਨਾਂ ਦਾ, ਉਸ ਦੀ ਉਦਾਹਰਣ ਉਹਨਾਂ ਨੇ ਆਪਣੇ ਤਰੀਕੇ ਨਾਲ ਬਾਣੀ ਵਿੱਚ ਵਰਤ ਲਈ। ਤੋ ਭਗਤ ਨਾਮਦੇਵ ਸਾਹਿਬ ਜੀ ਜਾਂ ਬਾਕੀ ਮਹਾਂਪੁਰਖ ਇਹ ਉਦਾਹਰਣ ਬੜੀ ਸੌਖੇ ਢੰਗ ਨਾਲ ਲੋਕਾਂ ਨੂੰ ਸਮਝਾ ਕੇ, ਜੋ ਆਮ ਵਰਤਾਰਾ ਗੁਰੂ ਨਾਨਕ ਸਾਹਿਬ ਦਾ ਆਪਾਂ ਜਦੋਂ ਪਦਾ ਪੜ੍ਹਦੇ ਹਾਂ, ਪੌੜੀ ਪੜ੍ਹਦੇ ਹਾਂ, 38ਵੀਂ ਪੌੜੀ ਹੈ ਜਪ ਬਾਣੀ ਦੀ। ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤੇ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਉਹਨਾਂ ਸਮਿਆਂ ਵਿੱਚ ਇੱਕ ਸੁਨਿਆਰ, ਸੋਨੇ ਦਾ ਕੰਮ ਕਰਨ ਵਾਲਾ ਜਿਹੜਾ ਸੱਜਣ ਹੈ, ਉਸ ਦੀ ਦੁਕਾਨ ਦੇ ਉੱਤੇ ਜਿਹੜੀਆਂ ਚੀਜ਼ਾਂ ਸੋਨੇ ਨੂੰ ਢਾਲ ਕੇ ਸੋਨੇ ਨੂੰ ਘੜਨ ਤੱਕ ਕੰਮ ਆਉਂਦੀਆਂ ਸਨ, ਉਹਨਾਂ ਸਾਰੀਆਂ ਚੀਜ਼ਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਹਰਣ ਵਰਤੀ ਹੈ ਇਸ ਪੌੜੀ ਦੇ ਵਿੱਚ। ਤੋ ਇਹ ਹੈ ਵੀ ਇੱਕ ਉਦਾਹਰਣ, ਇੱਕ ਦ੍ਰਿਸ਼ਟਾਂਤ ਦੇ ਕੇ ਆਪਣਾ ਪੱਖ, ਆਪਣਾ ਉਪਦੇਸ਼, ਆਪਣਾ ਮੈਸੇਜ ਕਨਵੇ ਕਰਨਾ, ਆਪਣੀ ਵਿਚਾਰ ਜਿਹੜੀ ਹੈ ਉਹ ਦੂਜਿਆਂ ਤੱਕ ਪਹੁੰਚਾਉਣੀ। ਤੋ ਆਪਾਂ ਹੁਣ ਸ਼ਬਦ ਦੇ ਅਰਥਾਂ ਵੱਲ ਪਰਤੀਏ। ਸ਼ਬਦ ਦਾ ਮੁੱਖ ਭਾਵ ਹੈ, ਜਿਹੜੀ ਸ਼ਬਦਾਵਲੀ ਹੈ ਉਸ ਨੂੰ ਜੇ ਸਮਝੀਏ, ਭਗਤ ਨਾਮਦੇਵ ਸਾਹਿਬ ਜਿਵੇਂ ਲੋਕਾਂ ਦੇ ਕੱਪੜੇ ਇਕੱਠੇ ਕਰਦੇ ਸਨ, ਵੱਡੇ ਘਰਾਂ ਦੇ ਸੀਣ ਵਾਲੇ ਕੱਪੜੇ ਸੀਂਦੇ ਸਨ ਤੇ ਧੋਣ ਵਾਲੇ ਜਿਹੜੇ ਸਨ ਉਹ ਨਦੀ ਦੇ ਘਾਟ ਦੇ ਉੱਤੇ ਲੈ ਜਾਣੇ, ਉੱਥੇ ਫਿਰ ਕੱਪੜੇ ਧੋ ਕੇ ਛੰਡ ਕੇ ਪੱਥਰ ਦੇ ਵੱਡੇ ਭਾਰੇ ਕੱਪੜੇ ਜਿਹੜੇ ਨੂੰ ਪੱਥਰ ਤੇ ਮਾਰ ਮਾਰ ਕੇ, ਜਿਵੇਂ ਆਪਾਂ ਥਾਪੀਆਂ ਨਾਲ ਕੁੱਟਦੇ ਸਾਂ ਕੱਪੜੇ ਘਰਾਂ ਵਿੱਚ ਧੋਣ ਲੱਗਿਆ, ਨਦੀ ਦੇ ਘਾਟ ਦੇ ਉੱਤੇ ਪਾਣੀ ਖੁੱਲਾ ਹੁੰਦਾ ਹੈ, ਉੱਥੇ ਧੋ ਧੋ ਕੇ ਛੰਡ ਛੰਡ ਕੇ ਫਿਰ ਉਹਨਾਂ ਨੂੰ ਸੁੱਕਣੇ ਪਾਉਣਾ।
ਹੁਣ ਮੰਨ ਲਓ ਵੀ ਭਗਤ ਜੀ ਸਵੇਰੇ ਵੇਲੇ ਸਿਰ ਕੱਪੜੇ ਧੋਣ ਨਦੀ ਦੇ ਘਾਟ ਉੱਤੇ ਚਲੇ ਗਏ। ਘਰ ਦੀ ਸਵਾਣੀ ਜਿਹੜੀ ਹੈ, ਬੀਬੀ ਜਿਹੜੀ ਹੈ ਪਰਿਵਾਰ ਦੀ, ਉਹ ਆਪਣਾ ਘਰ ਦਾ ਥੋੜਾ ਬਹੁਤ ਜੋ ਰੋਟੀ ਟੁੱਕ ਦਾ ਜਾਂ ਘਰ ਨੂੰ ਸੁੰਬਰ ਸਵਾਰਨ ਦਾ ਕੰਮ ਕਰਨ ਤੋਂ ਬਾਅਦ ਉਹਨੇ ਵੀ ਕੱਪੜੇ ਗੱਡੀ ਦੇ ਉੱਤੇ ਲੱਦੇ। ਗੱਡੀ ਮਤਲਬ ਜਿਵੇਂ ਬਲਦ ਬੈਲ ਗੱਡੀ ਆਪਾਂ ਕਹਿ ਦਿੰਦੇ ਉਹਨੂੰ, ਜਾਂ ਕਈ ਗੱਡੀਰੇ ਜੇ ਜਾਂ ਗੱਡੀਆਂ ਦੇ ਅੱਗੇ ਗਧੇ ਆਦਿਕ ਵੀ ਜੋਏ ਹੁੰਦੇ ਸਨ ਭਾਰ ਖਿੱਚਣ ਵਾਲੇ, ਉਹਦੇ ਉੱਤੇ ਉਹਨੇ ਵਾਧੂ ਚੀਜ਼ਾਂ, ਕੱਪੜੇ, ਹੋਰ ਭਾਂਡੇ ਲੱਦ ਕੇ ਰੱਖ ਕੇ ਮਗਰ ਉਹ ਵੀ ਨਦੀ ਦੇ ਘਾਟ ਵੱਲ ਚੱਲ ਪਏ। ਤੇ ਜਿਨ੍ਹਾਂ ਨੇ ਬਲਦਾਂ ਵਾਲੇ ਜਾਂ ਇਸ ਤਰ੍ਹਾਂ ਪਸ਼ੂਆਂ ਨਾਲ ਖਿੱਚੇ ਜਾਣ ਵਾਲੇ ਗੱਡੇ ਵੇਖੇ ਨੇ, ਉਹ ਜਾਣਦੇ ਨੇ ਕਿ ਬੀਬੀਆਂ ਵੀ ਕਈ ਵਾਰ ਕਿਸੇ ਕੰਮ ਵਿੱਚ ਹੱਥ ਵਟਾਉਣ ਵਾਸਤੇ ਉਹ ਗੱਡੇ ਖੇਤਾਂ ਵਿੱਚ ਲੈ ਜਾਂਦੀਆਂ ਸਨ। ਤੇ ਪਸ਼ੂ ਕਿਉਂਕਿ ਸਿੱਖੇ ਹੁੰਦੇ ਸਨ, ਗਿੱਝੇ ਹੁੰਦੇ ਸਨ, ਉਹਨਾਂ ਨੂੰ ਮਾਲਕ ਦੇ ਘਰ ਦੀ ਵੀ ਪਛਾਣ ਹੁੰਦੀ ਸੀ ਤੇ ਜਿੱਥੇ ਉਹਨਾਂ ਜਾਣਾ ਉਹਨਾਂ ਦਾ ਤਕਰੀਬਨ ਉਹ ਪੈਂਡਾ ਇੱਕੋ ਜਿਹਾ ਹੀ ਹੁੰਦਾ ਸੀ। ਪਸ਼ੂ ਵੀ ਆਦਤਨ ਉਸੇ ਰਾਹ ਤੇ ਆਪਣੇ ਆਪ ਹੀ ਤੁਰੇ ਜਾਂਦੇ। ਗੱਡੇ ਨੂੰ ਜੋ ਦਿਓ ਤੇ ਛੱਡ ਦਿਓ ਤੇ ਨਾਲ ਸਵਾਣੀ ਤੁਰੀ ਜਾਏ ਜਾਂ ਗੱਡੇ ਤੇ ਬਹਿ ਜਾਏ ਤੇ ਮਾੜਾ ਮੋਟਾ ਰਾਹ ਚ ਉਹਨੂੰ ਹਿੱਕਦੀ ਜਾਏ ਥੋੜਾ ਥੋੜਾ, ਤਾਂ ਉਹ ਆਪਣੇ ਆਪ ਹੀ ਆਪਣੀ ਜਗ੍ਹਾ ਤੇ ਜਾ ਕੇ ਜਿੱਥੇ ਉਹਨਾਂ ਦਾ ਕਾਰਜ ਖੇਤਰ ਹੈ, ਜਿੱਥੇ ਉਹ ਕਿਰਤ ਕਰਦੇ ਨੇ, ਖੇਤ ਹੋਣ, ਨਦੀ ਦਾ ਘਾਟ ਹੋਵੇ, ਉੱਥੇ ਪਹੁੰਚ ਜਾਂਦੇ ਸਨ। ਇਹ ਉਦਾਹਰਣ ਭਗਤ ਜੀ ਨੇ ਇੱਥੇ ਵਰਤੀ। ਰਹਾਉ ਦਾ ਬੰਦ ਹੈ, ਜੈਸੇ ਪਨਕਤ ਥਰੂਟਿਟ ਹਾਂਕਤੀ। ਪਨਕਤ ਸ਼ਬਦ ਜਿਹੜਾ ਉਹ ਪਨ ਘਟ ਤੋਂ ਬਣਿਆ। ਪਨ ਘਟ, ਘਟ ਦਾ ਮਤਲਬ ਹੁੰਦਾ ਹੈ ਘਾਟ, ਪਨ ਮਤਲਬ ਪਾਣੀ, ਪਾਣੀ ਦਾ ਘਾਟ, ਨਦੀ ਦਾ ਉਹ ਘਾਟ ਜਿੱਥੇ ਪਾਣੀ ਹੈ, ਜਿੱਥੇ ਲੋਕ ਨਹਾਉਣ ਜਾਂਦੇ ਨੇ, ਜਿੱਥੇ ਕੱਪੜੇ ਧੋਣ ਜਾਂਦੇ ਨੇ। ਕਿਉਂਕਿ ਅੱਜ ਵਰਗੇ ਸਿਸਟਮ ਨਹੀਂ ਸਨ। ਅੱਜ ਵੀ ਭਾਰਤ ਵਿੱਚ ਕਈ ਜਗ੍ਹਾ ਵੇਖੀਏ, ਸ਼ਹਿਰਾਂ ਦੇ ਦੂਰ ਜਿਹੜੇ ਨਦੀ ਦੇ ਘਾਟ ਤਲ ਨੇ, ਉੱਥੇ ਕੱਪੜੇ ਧੋਣ ਅੱਜ ਵੀ ਦੁਨੀਆ ਜਾਂਦੀ। ਪਿੰਡਾਂ ਥਾਵਾਂ ਦੇ ਵਿੱਚ ਅੱਜ ਵੀ ਨਦੀ ਦੇ ਘਾਟ ਦੇ ਉੱਤੇ ਲੋਕ ਕੱਪੜੇ ਧੋਣ ਜਾਂਦੇ ਨੇ, ਅੱਜ ਵੀ ਹੈ ਇਹ ਰਿਵਾਜ। ਔਰ ਉਹਨੂੰ ਕਹੇ ਪਨ ਘਟ, ਪਾਣੀ ਦਾ ਘਾਟ, ਨਦੀ ਦਾ ਕੰਢਾ। ਜੈਸੇ ਪਨਕਤ ਥਰੂਟਿਟ ਹਾਂਕਤੀ, ਵੀ ਇੱਕ ਸਵਾਣੀ ਜਿਹੜੀ ਹੈ ਉਹਨੇ ਗੱਡੇ ਦੇ ਉੱਤੇ ਕੱਪੜੇ ਲੱਦੇ ਨੇ। ਗੱਡਾ ਕੀ ਹੈ? ਸਰੀਰ। ਕੱਪੜੇ ਕਿਹੜੇ ਹਨ? ਜਿਹਨੂੰ ਭਗਤ ਰਵਿਦਾਸ ਮਹਾਰਾਜ ਨੇ ਕਿਹਾ ਮੈਲੇ ਕੱਪੜੇ ਕਾਹਾ ਲਉ ਧੋਵੋ। ਸਾਡੇ ਅੰਦਰ ਜਿਹੜੇ ਭੈੜੇ ਫੁਰਨੇ ਹਨ, ਸੰਕਲਪ ਹਨ, ਉਹ ਮਾਨੋ ਸਰੀਰ ਦੇ ਗੱਡੇ ਦੇ ਉੱਤੇ ਲੱਦੇ ਹੋਏ ਕੱਪੜੇ। ਬੰਦੇ ਨੇ ਸਵਾਰਨੇ ਤੇ ਆਪਣੇ ਫੁਰਨੇ ਹੀ ਨੇ ਨਾ। ਸ਼ੁੱਧ ਤਾਂ ਆਪਣੇ ਖਿਆਲਾਂ ਨੂੰ ਕਰਨਾ ਹੈ। ਖਿਆਲ ਸ਼ੁੱਧ ਹੋ ਗਏ ਤੇ ਬੰਦਾ ਧਰਮੀ ਹੋ ਗਿਆ, ਖਿਆਲ ਸ਼ੁੱਧ ਹੋ ਗਏ ਤੇ ਸੰਤ ਹੋ ਗਿਆ, ਖਿਆਲ ਸ਼ੁੱਧ ਹੋ ਗਏ ਤੇ ਗੁਰਮੁਖ ਹੋ ਗਿਆ। ਜੇ ਖਿਆਲ ਮਲੀਨ ਹੋ ਗਏ ਤੇ ਪਾਪੀ ਹੋ ਗਿਆ। ਜੇ ਸਾਡੇ ਅੰਦਰ ਦੇ ਫੁਰਨੇ ਮੈਲੇ ਹਨ ਤਾਂ ਅਸੀਂ ਪਾਪੀ ਹਾਂ, ਪਲੀਤ ਹਾਂ, ਪਾਮਰ ਹਾਂ, ਝੂਠੇ ਹਾਂ, ਬੇਈਮਾਨ ਹਾਂ। ਉਹ ਖਿਆਲਾਂ ਸਿਰ। ਜੇ ਖਿਆਲ ਸ਼ੁੱਧ ਪਵਿੱਤਰ ਹੋ ਗਏ, ਸਾਫ਼ ਹੋ ਗਏ, ਅੰਦਰ ਦੀ ਨੇਚਰ ਸੁਧਰ ਗਈ, ਤਾਂ ਸਾਡਾ ਵਿਹਾਰ ਚੰਗਾ ਹੋ ਜਾਏਗਾ, ਕਰਮ ਸੋਹਣਾ ਬਣ ਜਾਏਗਾ। ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਦਾ ਆਪਾਂ ਕਨਸੈਪਟ ਅੱਗੇ ਵਿਚਾਰਿਆ। ਸਰੀਰ ਗੱਡਾ ਹੈ, ਸਰੀਰ ਦੇ ਗੱਡੇ ਦੇ ਉੱਤੇ ਫੁਰਨਿਆਂ ਦੇ, ਸੰਕਲਪਾਂ ਦੇ, ਵਿਕਲਪਾਂ ਦੇ ਕੱਪੜੇ ਲੱਦੇ ਹੋਏ ਹਨ। ਹੁਣ ਇਸ ਨੂੰ ਹਿੱਕਣ ਵਾਲੀ ਕੌਣ ਹੈ? ਸਰੀਰ ਦੇ ਗੱਡੇ ਨੂੰ ਸਵਾਣੀ ਲੈ ਕੇ ਜਾ ਰਹੀ। ਨਦੀ ਦਾ ਘਾਟ ਕੀ ਹੈ? ਪਨਕਤ, ਗੁਰੂ ਦੀ ਸੰਗਤ, ਸਤ ਸੰਗਤ। ਇਹ ਘਾਟ ਹੈ ਜਿੱਥੇ ਅਸੀਂ ਆਪਣੇ ਸੰਕਲਪ ਤੇ ਫੁਰਨੇ ਧੋਣੇ ਹਨ। ਵੇਖੋ ਕਿੱਡੀ ਖੂਬਸੂਰਤ ਦ੍ਰਿਸ਼ਟਾਂਤ ਦਿੱਤਾ ਕਿ ਜਿਹੜੀ ਗੁਰੂ ਦੀ ਸੰਗਤ ਹੈ, ਸਤ ਸੰਗਤ ਜਿਹਨੂੰ ਆਪਾਂ ਕਹਿੰਦੇ ਆ, ਇਹ ਹੈ ਪਨ ਘਟ, ਨਦੀ ਦਾ ਘਾਟ ਜਿੱਥੇ ਕੱਪੜੇ ਧੋਤੇ ਜਾਣੇ ਹਨ। ਸਰੀਰ ਗੱਡਾ ਹੈ, ਮਨ ਇਸ ਨੂੰ ਖਿੱਚਣ ਵਾਲਾ ਪਸ਼ੂ ਹੈ। ਮਨ ਹੀ ਸਰੀਰ ਦੇ ਗੱਡੇ ਨੂੰ ਖਿੱਚਦਾ। ਜਿਹੜੇ ਫੁਰਨੇ ਹਨ ਉਹ ਕੀ ਹਨ? ਕੱਪੜੇ, ਮੈਲੇ ਕੱਪੜੇ। ਤੇ ਹਿੱਕਣਾ ਕਿੰਨੇ ਨੂੰ, ਲਿਆਉਣਾ ਕਿੰਨੇ ਇੱਥੇ? ਇਹਨੂੰ ਇੱਥੇ ਕਿਹੜੀ ਚੀਜ਼ ਨੇ ਲੈ ਕੇ ਆਉਣਾ ਹੈ? ਜਿਗਿਆਸਾ ਨੇ। ਜਿਗਿਆਸਾ ਉਹ ਦੇਵੀ ਹੈ, ਉਹ ਔਰਤ ਹੈ, ਉਹ ਘਰ ਦੀ ਗ੍ਰਹਿਣੀ ਹੈ
ਜਿਸ ਨੇ ਇਹਨੂੰ ਖਿੱਚ ਕੇ ਇੱਥੋਂ ਤੱਕ ਲੈ ਕੇ ਆਉ। ਜਗਿਆਸਾ ਤੋਂ ਬਿਨਾਂ ਇੱਥੇ ਥੋੜਾ ਆਇਆ ਜਾ, ਇੱਛਾ ਤੋਂ ਬਿਨਾਂ, ਜਗਿਆਸਾ ਭੁੱਖ ਤੋਂ ਬਿਨਾਂ ਆਪਣੇ ਆਪ ਨੂੰ ਸਵਾਰਿਆ ਨਹੀਂ ਜਾ ਸਕਦਾ। ਸਤ ਸੰਗਤ ਜਿਹੜੀ ਹੈ ਉਹਦਾ ਲਾਭ ਜਗਿਆਸੂ ਹੀ ਲੈ ਸਕਦਾ, ਦੂਜਾ ਕੋਈ। ਦੂਜਿਆਂ ਵਾਸਤੇ ਜਿਹੜਾ ਉਹ ਕੇਵਲ ਮੇਲਾ ਹੋ ਸਕਦਾ ਹੈ, ਭੀੜ ਹੋ ਸਕਦੀ ਹੈ, ਟਾਈਮ ਪਾਸ ਹੋ ਸਕਦਾ ਹੈ, ਹੋਰ ਸਭ ਕੁਝ ਹੋ ਸਕਦਾ ਹੈ, ਪਰ ਜੀਵਨ ਨੂੰ ਸਵਾਰਨ ਦਾ ਆਰ ਕੇਵਲ ਜਗਿਆਸੂ ਵਾਸਤੇ ਹੈ ਸਤ ਸੰਗਤ, ਚੇਤੇ ਵਿੱਚ ਰੱਖੀਏ। ਤੋ ਜੇ ਅੰਦਰ ਜਗਿਆਸਾ ਹੈ, ਭੁੱਖ ਹੈ, ਇੱਛਾ ਹੈ, ਤਾਂ ਸਮਝੋ ਤੁਸੀਂ ਸਤ ਸੰਗਤ ਦਾ ਲਾਭ ਲੈ ਲਵੋਗੇ। ਬਾਣੀ ਦਾ ਪਾਠ ਕਰਦੇ ਹਾਂ, ਭਲਾ ਵੀ ਜਿਹੜਾ ਹੁੰਦਾ ਨਾ ਉਹ ਜਗਿਆਸਾ ਕਾਰਨ ਹੀ ਹੁੰਦਾ। ਬਾਣੀ ਦੇ ਪਾਠ ਦਾ ਲਾਭ ਵੀ ਜਗਿਆਸਾ ਕਰਕੇ ਹੀ ਲਿਆ ਜਾ ਸਕਦਾ। ਜੇ ਹੈ ਨਹੀਂ ਅੰਦਰ ਉਹ ਗੱਲ, ਖਿੱਚ ਨਹੀਂ ਹੈ, ਤਾਂ ਸਾਰਾ ਕੰਮ ਬੋਝ ਹੈ। ਭਾਵੇਂ ਪਾਠ ਹੋਵੇ, ਭਾਵੇਂ ਸੇਵਾ ਹੋਵੇ, ਭਾਵੇਂ ਸਤ ਸੰਗ ਵਿੱਚ ਬੈਠਣ ਦਾ ਸਮਾਂ ਹੋਵੇ, ਭਾਵੇਂ ਕੋਈ ਵੀ ਕਿਸੇ ਨੇਕ ਵਿਅਕਤੀ ਕੋਲ ਬਹਿਣਾ, ਕੋਈ ਵੀ ਚੰਗਾ ਕੰਮ ਜਿਹੜਾ ਬੰਦੇ ਨੂੰ ਬੋਝ ਲੱਗਦਾ ਹੀ ਉਦੋਂ ਹੈ ਜਦੋਂ ਅੰਦਰ ਉਸ ਨੂੰ ਕਰਨ ਦੀ ਇੱਛਾ ਨਹੀਂ, ਜਦੋਂ ਅੰਦਰ ਉਸ ਦੇ ਕਰਨ ਦਾ ਚਾਅ ਤੇ ਸ਼ੌਂਕ ਨਹੀਂ, ਜਦੋਂ ਅੰਦਰ ਉਸ ਕੰਮ ਨੂੰ ਕਰਨ ਦੀ ਪ੍ਰਬਲ ਭਾਵਨਾ ਨਹੀਂ। ਤੋ ਮਨੁੱਖ ਅਣਮੰਨੇ ਮਨ ਨਾਲ ਜੇ ਕੰਮ ਕਰਦਾ ਹੈ, ਆਪਣੇ ਆਪ ਨੂੰ ਫੋਰਸ ਕਰਕੇ, ਮਜਬੂਰ ਕਰਕੇ, ਉਸ ਸਿਚੁਏਸ਼ਨ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਐਵੇਂ ਬਿਆਨ ਕਰਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾ। ਉਹਨੂੰ ਫਿਰ ਬੰਦਾ ਇੰਜੋਏ ਨਹੀਂ ਕਰ ਪਾਉਂਦਾ ਕੰਮ। ਪਾਠ ਤੇ ਹੋ ਹੀ ਜਾਂਦਾ। ਮੇਰੇ ਵਰਗਾ ਇਨਸਾਨ ਜਦੋਂ ਪਾਠ ਪੜ੍ਹਨਾ ਸ਼ੁਰੂ ਕਰਦਾ, ਜਪਜੀ ਸਾਹਿਬ ਸ਼ੁਰੂ ਕਰਦਾ, ਤੇ ਸ਼ੁਰੂ ਕਰ ਲਿਆ, ਸਮਾਪਤ ਵੀ ਹੋ ਹੀ ਜਾਣਾ। ਜੇ ਕੀਤਾ ਹੈ, ਕਰ ਰਿਹਾ ਬੰਦਾ, ਤੇ ਕਰੇਗਾ ਹੀ, ਕਿਸੇ ਪਾਸੇ ਗੱਲ ਲਾਏਗਾ, ਪਰ ਉਹਦੇ ਵਿੱਚੋਂ ਕੋਈ ਸਕੂਨ, ਆਨੰਦ ਜਾਂ ਉਸ ਪਾਠ ਨੂੰ ਇੰਜੋਏ ਨਹੀਂ ਕਰ ਪਾਉਂਦਾ, ਮਾਣ ਨਹੀਂ ਪਾਉਂਦਾ। ਤੁਸੀਂ ਵੇਖਿਆ ਨਾ, ਰੋਟੀ ਖਾਣ ਦੇ ਦੋ ਤਰੀਕੇ ਹੁੰਦੇ ਨੇ। ਇੱਕ ਬੰਦਾ ਪ੍ਰਸ਼ਾਦਾ ਪਾਏਗਾ, ਬੈਠੇਗਾ, ਹੁਣ ਭਰਨਾ ਉਹਨੇ ਵੀ ਢਿੱਡ ਹੈ, ਉਹਨੇ ਵੀ ਭੋਜਨ ਸਰੀਰ ਦੇ ਵਿੱਚ ਸੁੱਟਣਾ ਹੈ, ਕਿਉਂਕਿ ਸਰੀਰ ਨੂੰ એનર્ਜੀ ਭੋਜਨ ਕਰਕੇ ਮਿਲਣੀ ਹੈ, ਪ੍ਰਸ਼ਾਦੇ ਕਰਕੇ, ਖਾਣੇ ਕਰਕੇ, ਰੋਟੀ ਕਰਕੇ। ਪਰ ਉਹ ਬੰਦਾ ਖਾਂਦਾ ਖਾਂਦਾ ਉਹਨੂੰ ਖਾਣ ਨੂੰ ਇੰਜੋਏ ਕਰੇਗਾ, ਉਹਦਾ ਸਵਾਦ ਲਏਗਾ, ਉਹਨੂੰ ਚਿੱਥੇਗਾ। ਹੁਣ ਉਹਦਾ ਸਵਾਦ ਵੀ ਆਉਂਦਾ ਤੇ ਨਾਲ ਨਾਲ ਭੋਜਨ ਛੇਤੀ ਪਚਣ ਦਾ ਆਹਰ ਵੀ ਕੰਮ ਵੀ ਹੋ ਜਾਂਦਾ ਹੈ, ਕਿਉਂਕਿ ਉਹਨੂੰ ਚਬਾ ਕੇ ਬੜੇ ਆਨੰਦ ਨਾਲ, ਸਕੂਨ ਨਾਲ ਬਹਿ ਕੇ ਖਾਏ। ਤੇ ਦੂਜਾ ਬੰਦਾ ਵੀ ਢਿੱਡ ਹੀ ਭਰਦਾ ਹੈ, ਉਹਨੇ 2-4 ਬੁਰਕੀਆਂ ਕੀਤੀਆਂ ਇੱਕ ਰੋਟੀ ਦੀਆਂ, ਅੰਦਰ ਸੁੱਟੀਆਂ, ਜਿਹਨੂੰ ਆਪਾਂ ਕਹਿੰਦੇ ਨਿਗਲ ਜਾਣਾ, ਜਿਵੇਂ ਜ਼ਬਰਦਸਤੀ ਵੀ ਮਜਬੂਰੀ ਹੈ, ਕੋਈ ਧੱਕੇ ਜਿਹੇ ਨਾਲ ਬੰਦਾ ਖਾ ਕੇ। ਆਪਾਂ ਸਾਰੇ ਇਵੇਂ ਕਰਦੇ ਹਾਂ ਮੋਸਟਲੀ। ਦੋਵਾਂ ਤਰ੍ਹਾਂ ਦੀਆਂ ਆਦਤਾਂ ਹੀ ਆਪਣੇ ਚ ਹੁੰਦੀਆਂ ਨੇ। ਤੇ ਉਹ ਅੰਦਰ ਜਦੋਂ ਸੁੱਟ, ਢਿੱਡ ਤੇ ਭਰ ਜਾਏਗਾ, ਪਰ ਦੋ ਚੀਜ਼ਾਂ ਤੋਂ ਬੰਦਾ ਵਾਂਝਾ ਰਹਿ ਜਾਂਦਾ। ਇੱਕ ਤਾਂ ਉਹਦਾ ਟੇਸਟ ਨਹੀਂ ਲੈ ਪਾਉਂਦਾ ਜਿਹੜੀ ਚੀਜ਼ ਖਾਂਦਾ ਹੈ, ਤੇ ਦੂਜਾ ਉਹ ਜਿਹੜੀ ਨਿਗਲੀ ਹੋਈ ਚੀਜ਼ ਹੈ ਉਹ ਸਰੀਰ ਦਾ ਉਹਨਾਂ ਜ਼ਿਆਦਾ ਜ਼ੋਰ ਵੀ ਲਵਾਉਂਦੀ ਹੈ, ਕਿਉਂਕਿ ਜਿਹੜਾ ਕੰਮ ਦੰਦਾਂ ਨੇ ਕਰਨਾ ਉਹ ਢਿੱਡ ਨੂੰ ਕਰਨਾ ਪੈ ਰਿਹਾ। ਜਿਹੜਾ ਕੰਮ ਦੰਦਾਂ ਨੇ ਭੋਜਨ ਨੂੰ ਚੱਥਣ ਦਾ ਕਰਨਾ ਸੀ ਨਾ, ਉਹ ਕੰਮ ਅਸੀਂ ਢਿੱਡ ਨੂੰ ਹੈਂਡਓਵਰ ਕਰ ਦਿੱਤਾ ਵੀ ਇਹ ਤੂੰ ਕਰਨਾ, ਦੰਦ ਨਹੀਂ ਕਰਨਗੇ। ਅਸੀਂ ਵਿਹਲੇ ਤੇ ਛੇਤੀ ਹੋ ਗਏ, ਪਰ ਅਸੀਂ ਕਿਸੇ ਸਰੀਰ ਦੇ ਹੋਰ ਪਾਰਟ ਦਾ ਕੰਮ ਜ਼ਿਆਦਾ ਵਧਾ ਦਿੱਤਾ, ਉਹਨੂੰ ਦੁੱਗਣਾ ਕੰਮ ਦੇ ਦਿੱਤਾ, ਇੱਕ ਨੂੰ ਵਿਹਲਿਆਂ ਛੱਡ ਦਿੱਤਾ। ਕੁਦਰਤ ਨੇ ਜਿਹੜਾ ਸਰੀਰ ਬਣਾਇਆ ਇਹ ਵੀ ਆਪਣੇ ਆਪ ਵਿੱਚ ਪੂਰੀ ਮਸ਼ੀਨ ਹੈ। ਹਰ ਇੱਕ ਸਰੀਰ ਦੇ ਹਿੱਸੇ ਨੇ ਆਪਣੀ ਆਪਣੀ ਕਾਰਜ ਵਿਧੀ ਕਰਨੀ ਹੈ। ਭੋਜਨ ਬਣਾਇਆ, ਬੁਰਕੀ ਤੋੜੀ, ਮੂੰਹ ਵਿੱਚ ਪਾਇਆ, ਦੰਦਾਂ ਦਾ ਫਰਜ਼ ਉਹਨੂੰ ਚਿੱਥਣਾ, ਚਿੱਥ ਕੇ ਹਲਕ ਤੋਂ ਥੱਲੇ ਲੰਘਾਉਣਾ, ਹਰ ਚੀਜ਼ ਆਪਣਾ ਪ੍ਰੋਸੈਸ ਕੰਮ ਕਰ ਰਿਹਾ, ਵਰਕ ਕਰ। ਹੁਣ ਮੈਂ ਇਹ ਉਦਾਹਰਣ ਇਸ ਕਰਕੇ ਦਿੱਤੀ ਹੈ, ਇੱਕ ਹੁੰਦਾ ਹੈ ਗਿਆਨ ਦੀ ਗੱਲ ਨੂੰ ਨਿਗਲਣਾ, ਸੁੱਟ ਲੈਣਾ ਅੰਦਰ ਧੱਕੇ ਨਾਲ, ਵੱਡੀਆਂ ਵੱਡੀਆਂ ਬੁਰਕੀਆਂ ਪਾ ਕੇ। ਉਹ ਕੇਵਲ ਇਹ ਹੁੰਦਾ ਵੀ ਮੈਂ ਕਰ ਰਿਹਾ ਜੀ, ਕਰ ਰਿਹਾ, ਪਰ ਉਹਦੇ ਨਾਲ ਸਾਡੀ ਅੰਤਰ ਆਤਮੇ ਦੀ ਪਾਚਨ ਕਿਰਿਆ ਜਿਹੜੀ ਉਹ ਕਮਜ਼ੋਰ ਹੋ ਜਾਂਦੀ। ਉਹਨੂੰ ਹੰਕਾਰ ਦੀ ਵੱਧ ਹਜ਼ਮੀ ਬੜੀ ਛੇਤੀ ਹੁੰਦੀ ਹੈ ਬੰਦੇ ਨੂੰ, ਜਿਹੜਾ ਕੇਵਲ ਗਿਣਤੀ ਦੇ ਕੰਮ ਹੀ ਕਰਦਾ, ਉਹਦੇ ਚੋਂ ਗ੍ਰਹਿਣ ਕੁਝ ਨਹੀਂ, ਇੰਜੋਏ ਨਹੀਂ ਕਰਦਾ, ਉਹਨੂੰ ਮਾਣਦਾ ਨਹੀਂ। ਉਹਨੂੰ ਇੱਕ ਉਹ ਹੈ ਜਿਹੜਾ ਮਾਣਦਾ। ਕੋਈ ਵੀ ਚੰਗੀ ਗੱਲ ਹੋਏਗੀ, ਸਤ ਸੰਗਤ ਹੋਏਗਾ, ਬਾਣੀ ਪੜ੍ਹਨਾ ਹੋਏਗਾ, ਸੇਵਾ ਕਰ, ਉਹਨੂੰ ਇੰਜੋਏ ਕਰ, ਮਾਣੇਗਾ। ਉਹਦੇ ਵਿੱਚੋਂ ਫਿਰ ਉਹਦੇ ਅੰਤਰ ਆਤਮੇ ਨੂੰ ਇੱਕ ਸਕੂਨ ਮਿਲਦਾ ਹੈ, ਇੱਕ ਸ਼ਾਂਤੀ, ਇੱਕ ਟਿਕਾਅ ਮਿਲਦਾ ਹੈ।
ਉਹਦੇ ਵਿੱਚੋਂ ਉਸ ਨੂੰ ਕੁਝ ਨਾ ਕੁਝ ਪ੍ਰਾਪਤੀ ਹੁੰਦੀ ਹੈ ਔਰ ਉਹ ਆਪਣੇ ਆਪ ਨੂੰ ਸਵਾਰਦਾ ਹੈ। ਆਪਣੇ ਆਪ ਲਈ ਪੜ੍ਹਦਾ, ਉਹ ਅਹਿਸਾਨ ਲਈ ਨਹੀਂ। ਸੇਵਾ ਕਰੇਗਾ ਉਹ ਆਪਣੇ ਆਪ ਲਈ ਕਰੇ, ਮੈਂ ਆਪਣੇ ਆਪ ਲਈ ਕਰਨਾ। ਬਾਣੀ ਪੜ੍ਹੇਗਾ ਆਪਣੇ ਆਪ ਲਈ, ਸਤ ਸੰਗਤ ਕਰੇਗਾ ਆਪਣੇ ਆਪ ਲਈ। ਉਹ ਜਿਹੜਾ ਕਰ ਰਿਹਾ ਕਿਸੇ ਮਕਸਦ ਨੂੰ ਸਾਹਮਣੇ ਰੱਖ ਕੇ, ਉਹ ਜ਼ਰੂਰ ਕਿਤੇ ਪਹੁੰਚੇਗਾ। ਉਹਦੀ ਘਾਲਣਾ ਜਾਈ ਨਹੀਂ ਜਾਏਗੀ। ਤੋ ਉਹ ਜਿਹੜੀ ਘਾਲਣਾ ਘਾਲ ਰਿਹਾ, ਉਹਨੂੰ ਆਤਮਿਕ એનર્ਜੀ ਵੀ ਮਿਲਣੀ ਹੈ, ਉਹਦੇ ਚੋਂ ਸੁੱਖ ਸਕੂਨ ਵੀ ਮਿਲਣਾ, ਸੰਤੁਸ਼ਟੀ ਵੀ ਮਿਲਣੀ, ਸਹਿਜ ਵੀ ਮਿਲਣਾ, ਆਤਮਿਕ ਪ੍ਰਸੰਨਤਾ ਵੀ ਮਿਲਣੀ। ਜਿਹਨੇ ਇਸ ਪਰਪਸ ਨਾਲ ਕੀਤਾ ਹੀ ਨਹੀਂ, ਉਹਨੂੰ ਕੀ ਮਿਲਣਾ? ਹੁਣ ਉਹ ਜਿਹੜਾ ਕਾਰਜ ਹੈ, ਉਹ ਜਗਿਆਸਾ ਜਿਹੜੀ ਹੈ, ਉਹ ਸਮਝੋ ਵੀ ਉਹ ਔਰਤ ਹੈ, ਘਰ ਦੀ ਸਵਾਣੀ ਹੈ, ਜਿਹੜੀ ਉਸ ਸਰੀਰ ਦੇ ਗੱਡੇ ਨੂੰ ਖਿੱਚ ਕੇ, ਥਰੂਟਿਟ ਦਾ ਮਤਲਬ ਹੁੰਦਾ ਜਿਵੇਂ ਆਪਾਂ ਪਸ਼ੂ ਨੂੰ ਹਿੱਕਣ ਲਈ ਮੂੰਹ ਚੋਂ ਆਵਾਜ਼ ਕੱਢਦੇ ਆ ਨਾ, ਉਹਨੂੰ ਥਰੂਟਿਟ ਕਹਿੰਦੇ ਨੇ, ਥਰੂਟਿਟ। ਤਾਂ ਭਗਤ ਜੀ ਫਰਮਾਉਂਦੇ, ਜੈਸੇ ਪਨਕਤ ਥਰੂਟਿਟ ਹਾਂਕਤੀ ਸਰ ਦਾ ਮਤਲਬ ਹੈ ਸਰੋਵਰ, ਨਦੀ ਦਾ ਤਲ, ਕੰਢਾ, ਸਤ ਸੰਗਤ ਰੂਪੀ ਸਰੋਵਰ। ਧੋਵਨ ਚਾਲੀ ਕੱਪੜੇ, ਮੈਲੇ ਕੱਪੜੇ ਧੋਣ ਲੈ ਕੇ ਚੱਲੀ ਹੈ, ਭਾਵ ਆਪਣੇ ਫੁਰਨਿਆਂ ਨੂੰ ਸੁਧਾਰਨ, ਫੁਰਨੇ ਠੀਕ ਕਰਨ, ਅੰਦਰ ਦੇ ਫੁਰਨੇ ਤਰਤੀਬ ਵਿੱਚ ਜਾਂ ਪਾਕ ਪਵਿੱਤਰ ਕਰਨ ਲਈ, ਅੰਦਰ ਦੀ ਦੁਰਮਤ ਮੈਲ ਧੋਣ ਲਈ। ਲਾਡਲੀ ਦਾ ਮਤਲਬ ਹੈ ਗ੍ਰਹਿਣੀ, ਘਰ ਦੀ ਔਰਤ, ਘਰ ਦੀ ਪਿਆਰੀ, ਜਿਸ ਨਾਲ ਲਾਡ ਹੋਵੇ, ਜਿਸ ਨਾਲ ਮੁਹੱਬਤ ਹੋਵੇ। ਉਹ ਪ੍ਰੇਮ ਪੂਰਵਕ ਜਿਹੜੀ ਅੰਦਰ ਬਿਰਤੀ ਹੈ, ਉਹ ਧੋਣ ਚੱਲੀ ਹੈ ਫੁਰਨਿਆਂ ਦੇ ਕੱਪੜੇ, ਸਰੀਰ ਦੇ ਗੱਡੇ ਤੇ ਲੱਦ ਕੇ, ਮਨ ਦੇ ਪਸ਼ੂ ਨੂੰ ਹਿੱਕਦੀ ਹੋਈ ਉਹ ਸਤ ਸੰਗਤ ਸਰੋਵਰ ਦੇ ਉੱਤੇ ਲੈ ਆਓ। ਇੱਥੇ ਫਿਰ ਉਸ ਦੇ ਮੈਲੇ ਕੱਪੜੇ ਧੋਤੇ ਜਾਂਦੇ, ਇੱਥੇ ਫਿਰ ਉਸ ਦੇ ਫੁਰਨੇ ਸ਼ੁੱਧ ਹੁੰਦੇ ਨੇ, ਪਾਕ ਹੁੰਦੇ ਨੇ। ਗੁਰੂ ਦੇ ਉਪਦੇਸ਼ ਨਾਲ ਬੰਦਾ ਆਪਣੇ ਆਪ ਨੂੰ ਧੋਂਦਾ ਹੈ, ਸਵਾਰਦਾ ਹੈ। ਬਾਣੀ ਦਾ ਇਹ ਵਾਕ ਚੇਤੇ ਰੱਖੀਏ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬਾਣੀ ਦੇ ਵਿੱਚ ਬਹੁਤ ਵਾਕ ਨੇ, ਰਾਮਦਾਸ ਸਰੋਵਰ ਨਹਾਤੇ, ਰਾਮ ਦੇ ਦਾਸਾਂ ਦਾ ਸਰੋਵਰ, ਭਾਵ ਸਤ ਸੰਗਤ ਸਰੋਵਰ। ਇੱਕ ਵਾਕ ਆਉਂਦਾ, ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਹੈ। ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੀ ਸਤ ਸੰਗਤ। ਸਤਿਗੁਰੂ ਦੀ ਸੰਗਤ ਅੰਮ੍ਰਿਤ ਦਾ ਸਰੋਵਰ ਹੈ, ਨਾਮ ਅੰਮ੍ਰਿਤ ਦਾ, ਗਿਆਨ ਅੰਮ੍ਰਿਤ ਦਾ ਸਰੋਵਰ ਹੈ। ਸਤਵਾਦੀ, ਸਤਿਗੁਰੂ ਸਤਵਾਦੀ ਹੈ, ਸਤ ਨੂੰ ਪ੍ਰਣਾਇਆ ਹੋਇਆ ਤੇ ਸੱਚ ਦੇ ਰਾਹ ਤੇ ਦੁਨੀਆ ਨੂੰ ਤੋਰਨ ਵਾਲਾ। ਜਿਹੜਾ ਇਸ ਸਤ ਸੰਗਤ ਸਰੋਵਰ ਦੇ ਉੱਤੇ ਆ ਕੇ ਗੁਰੂ ਦੀ ਸੋਭਤ ਵਿੱਚ ਬੈਠਦਾ ਹੈ ਤੇ ਨਹਾਉਂਦਾ ਹੈ, ਜਿਹੜਾ ਕੰਢੇ ਤੋਂ ਮੁੜ ਜਾਂਦਾ, ਉਹਦੀ ਗੱਲ ਨਹਾਉਂਦਾ ਹੈ, ਜਿਹੜਾ ਕਊਆ ਹੰਸ ਉਹ ਹੈ। ਉਹ ਕਾਂ ਬਿਰਤੀ ਵਾਲਾ ਵੀ ਹੰਸ ਹੋ ਜਾ। ਕਾਂ ਕੀ ਕਰਦਾ? ਗੰਦਗੀ ਚ ਮੂੰਹ ਮਾਰਦਾ, ਉਹਦੀ ਆਵਾਜ਼ ਵੀ ਕਸੈਲੀ ਹੈ, ਰੰਗ ਵੀ ਕਾਲਾ ਹੈ। ਉਹ ਕਈ ਚੀਜ਼ਾਂ ਰਲ ਕੇ ਉਹਨੂੰ ਬੁਰਿਆਂ ਜਿਹੀਆਂ ਬਣਾ ਦਿੰਦੀਆਂ। ਹੁਣ ਇਹਦਾ ਭਾਵ ਹੁੰਦਾ ਵੀ ਮਨੁੱਖ ਆਪਣਾ ਕਰੈਕਟਰ ਉਹਦਾ ਦਾਗੀ ਹੋ ਗਿਆ, ਆਵਾਜ਼ ਵਿੱਚ ਮਿਠਾਸ ਨਹੀਂ। ਮਤਲਬ ਹੈ ਕਿ ਉਸਦੇ ਕਰਮ ਜਿਹੜੇ ਨੇ ਉਹ ਭਾਉਂਦੇ ਨੇ, ਕਰਮ ਉਹਦੇ ਸਾਰਿਆਂ ਨੂੰ ਇਰੀਟੇਟ, ਪਰੇਸ਼ਾਨ ਕਰਨ, ਤੇ ਬਿਰਤੀ ਉਸ ਦੀ ਗੰਦਗੀ ਦੇ ਵਿੱਚ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤਿਪਤੈ ਵਿਸ਼ਟਾ ਖਾਏ ਮੁਖ ਗੋਹੈ। ਗੰਦਗੀ ਚ ਮੂੰਹ ਮਾਰ, ਭਾਵ ਹਮੇਸ਼ਾ ਮੰਦੇ ਪਾਸੇ ਵੱਲ ਹੀ ਜਾਣਾ। ਗਲਤ ਵਿਚਾਰ, ਗਲਤ ਪਾਸੇ, ਗਲਤ ਸੋਬਤ, ਗਲਤ ਗੱਲ, ਗਲਤ ਸੰਗਤ, ਹਰ ਜਗ੍ਹਾ ਉਹਨੇ ਪੁੱਠੇ ਪਾਸੇ ਸਫ਼ਰ ਕਰਦਾ। ਉਹਦੀ ਖੁਰਾਕ ਹੀ ਗੁਨਾਹ ਹੈ, ਪਾਪ ਹੈ। ਐਸੀ ਬਿਰਤੀ ਵਾਲਾ ਵੀ ਹੰਸ ਬਿਰਤੀ ਦਾ ਬਣ ਜਾਂਦਾ ਹੈ ਜਦੋਂ ਉਹ ਗੁਰੂ ਦੀ ਸਤ ਸੰਗਤ ਸਰੋਵਰ ਉੱਤੇ ਆ ਕੇ ਇਸ਼ਨਾਨ। ਇਹਦਾ ਇਹ ਭਾਵ ਹੈ ਪੰਕਤੀ ਦਾ। ਸੰਤੋ ਰਾਮਦਾਸ ਸਰੋਵਰ ਨੀਕਾ, ਰਾਮ ਦੇ ਦਾਸਾਂ ਦਾ ਸਤ ਸੰਗਤ ਸਰੋਵਰ ਬੜਾ ਸੋਹਣਾ ਹੈ। ਜੋ ਨਹਾਵੈ ਸੋ ਕੋਲ ਤਰਾਵੈ, ਉਧਾਰ ਹੁਆ ਹੈ ਜੀ ਕਾ। ਉਹਦੀ ਜਿੰਦ ਦਾ ਵੀ ਉਧਾਰ ਭਲਾ ਹੋ ਜਾਂਦਾ ਹੈ, ਉਸਦਾ ਅੰਤਰ ਆਤਮਾ ਵੀ ਸੁਧਰ ਜਾਂਦਾ ਹੈ, ਉੱਚਾ ਹੋ ਜਾਂਦਾ ਹੈ, ਉਹਦੀ ਗਤ ਉੱਚੀ ਹੋ ਜਾਂਦੀ ਹੈ, ਅਵਸਥਾ ਉੱਚੀ ਹੋ ਜਾਂਦੀ ਹੈ, ਤੇ ਉਹਦੀਆਂ ਕੁੱਲਾਂ ਵੀ
ਉਹਦੇ ਨਿਕਟ ਵਰਤੀ ਉਹਦਾ ਪਰਿਵਾਰ ਵੀ ਮਾਣ ਦਾ ਅਧਿਕਾਰੀ ਬਣ ਜਾਂਦਾ, ਜਿਹੜਾ ਸਤਸੰਗ ਸਰੋਵਰ ਤੇ ਆਪੇ ਦੀ ਮੈਲ ਲਾ ਲੇ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਤੋ ਇਹ ਮਕਸਦ ਹੈ ਸਤ ਸੰਗਤ ਸਰੋਵਰ ਦਾ। ਜਦੋਂ ਜਗਿਆਸਾ ਸਰੀਰ ਦੇ ਗੱਡੇ ਦੇ ਅੱਗੇ ਜੋਏ ਹੋਏ ਮਨ ਦੇ ਪਸ਼ੂ ਨੂੰ ਹਿੱਕ ਕੇ ਸਤ ਸੰਗਤ ਉੱਤੇ ਲੈ ਆਉਂਦੀ ਹੈ, ਤਾਂ ਸੰਕਲਪਾਂ ਵਿਕਲਪਾਂ ਦੇ ਫੁਰਨੇ ਜਿਹੜੇ ਹਨ ਉਹ ਸ਼ੁੱਧ ਹੋ ਜਾਂਦੇ, ਸਾਫ਼ ਹੋ ਜਾਂਦੇ। ਤਾਂ ਇੱਥੇ ਸਤ ਸੰਗਤ ਦਾ ਮਕਸਦ ਵੀ ਸਮਝਾ ਦਿੱਤਾ ਹੈ। ਤੇ ਸ਼ੁੱਧੀ ਕਿਹੜੀ ਚੀਜ਼ ਦੀ ਹੋਣੀ ਹੈ, ਪਵਿੱਤਰਤਾ ਕਿੱਥੋਂ ਆਰੰਭ ਹੋਣੀ ਹੈ, ਇਹਦਾ ਭਾਵ ਵੀ ਭਗਤ ਜੀ ਨੇ ਬਾਖੂਬੀ ਸਮਝਾ ਦਿੱਤਾ। ਹੁਣ ਆਰੰਭ ਦਾ ਵਾਕ ਪੜ੍ਹੀਏ। ਫਰਮਾਉਂਦੇ ਹਨ, ਸਹਜ ਅਵਲ ਧੂੜ ਮਣੀ ਗਾਡੀ ਚਾਲਤੀ, ਪੀਛੇ ਤਿਨਕਾ ਲੈ ਕਰ ਹਾਂ। ਸਹਿਜ ਦਾ ਮਤਲਬ ਹੈ ਆਲਸ ਨਾਲ। ਸਰੀਰ ਜੀਵਨ ਆਲਸੀ ਹੈ ਨਾ, ਬੰਦਾ ਚੰਗੇ ਪਾਸੇ ਛੇਤੀ ਨਹੀਂ ਤੁਰੇਗਾ। ਤੁਸੀਂ ਵੇਖੋ ਮਹਾਰਾਜ ਨੇ ਇਹ ਪੱਖ ਬਾਣੀ ਚ ਬਿਆਨ ਕੀਤਾ, ਮਨੋ ਬਿਰਤੀ ਮਨੁੱਖ ਦੀ ਦੱਸੀ ਹੈ। ਕਿਉਂਕਿ ਹੁਣ ਪ੍ਰੈਕਟਿਸ ਜਿਹੜੀ ਹੈ, ਅਭਿਆਸ ਸਾਡੇ ਜੀਵਨ ਦਾ ਜਾਂ ਸਾਡੀ ਬਣਤਰ ਜਿਹੜੀ ਅਸੀਂ ਬਣਾ ਲਈ, ਉਹ ਹੈ ਮੰਦੇ ਪਾਸੇ ਵੱਲ, ਨੈਗੇਟਿਵਿਟੀ ਵੱਲ ਬੜੀ ਛੇਤੀ ਅਸੀਂ ਭੱਜਦੇ। ਪਰ ਜਦੋਂ ਚੰਗੇ ਪਾਸੇ ਵੱਲ ਤੁਰਨਾ ਹੋਵੇ, ਬੰਦੇ ਨੂੰ ਆਲਸ ਆਉਂਦਾ ਹੈ, ਬਹਾਨੇ ਕਰਦਾ ਹੈ। ਬਾਣੀ ਚ ਵਾਕ ਆਉਂਦਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਬੁਰੇ ਕੰਮ ਲਈ ਉੱਠ ਕੇ ਖਲੋ ਜਾਂਦਾ ਹੈ, ਯਾਨੀ ਕਿ ਤਿਆਰ ਬਰ ਤਿਆਰ ਹੋ ਜਾਂਦਾ, ਰੈਡੀ ਹੈ। ਨਾਮ ਕੀ ਬੇੜਾ ਪੈ ਪੈ ਸੋਇਆ। ਜਦੋਂ ਨੇਕ ਅਮਲ ਰੱਬ ਦੇ ਰਾਹ ਤੇ ਤੁਰਨ ਦੀ ਕੋਈ ਗੱਲ ਆਏਗੀ ਤਾਂ ਇਸ ਨੂੰ ਆਲਸ ਵਿਆਪੇਗਾ। ਮਨਮੁਖ ਕਉ ਆਲਸ ਘਣੋ, ਕਿਉਂਕਿ ਮਨਮੁਖ ਹੈ, ਮਨਮੁਖਤਾਈ ਦੀ ਬਿਰਤੀ ਚ ਚੰਗੇ ਪਾਸੇ ਤੁਰਨ ਪ੍ਰਤੀ ਆਲਸ ਹੁੰਦਾ। ਹੋਰ ਪੜ੍ਹੀਏ ਵਾਕ ਮਹਾਰਾਜ ਦਾ, ਚੰਗਿਆਈ ਆਲਕ ਕਰੇ। ਚੰਗੇ ਕੰਮ ਕਰਨ ਲਈ ਆਲਸ ਕਰਦਾ ਹੈ, ਬਹਾਨੇ ਘੜੇਗਾ। ਬੜੇ ਬਹਾਨੇ ਨੇ ਮਨੁੱਖ, ਉਹ ਸਿਚੁਏਸ਼ਨ ਮੁਤਾਬਕ ਬਹਾਨਾ ਘੜ ਲੈਂਦਾ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰਾ ਕੰਮ ਕਰਨਾ ਤੇ ਸ਼ੇਰ ਵਰਗੀ ਦਹਾੜ ਵੀ ਹੋਏਗੀ ਤੇ ਅੰਦਰ ਜਜ਼ਬਾ ਵੀ ਹੋਏਗਾ, ਜਾਨੀ ਕਿ ਉਸ ਕੰਮ ਲਈ ਤਿਆਰ ਹੈ ਪੂਰੀ ਤਰ੍ਹਾਂ। ਇਹ ਹੁਣ ਮਨੋਬਿਰਤੀ ਦੀ ਗੱਲ ਕੀਤੀ ਹੈ, ਮਨੁੱਖ ਦੇ ਅੰਦਰ ਦੀ, ਸੁਭਾਅ ਦੀ, ਬਣਤਰ ਦੀ, ਜੋ ਸਾਡੀ ਬਣਤਰ ਹੈ। ਸਹਜ ਅਵਲ, ਅਵਲ ਦਾ ਮਤਲਬ ਹੈ ਪਹਿਲਾਂ ਜਿਹੜਾ ਸਰੀਰ ਹੈ, ਸਰੀਰ ਦਾ ਜਿਹੜਾ ਗੱਡਾ ਹੈ, ਇਹਨੂੰ ਖਿੱਚਣ ਵਾਲਾ ਜਿਹੜਾ ਮਨ ਹੈ ਬੜਾ ਆਲਸੀ ਹੈ। ਚੰਗੇ ਪਾਸੇ ਤੁਰਨੇ ਮਨ ਕਹਿੰਦਾ ਛੱਡੋ ਪਰੇ। ਕਈ ਫੁਰਨੇ ਮਨ ਚ, ਕਈ ਢਹਿੰਦੀਆਂ ਕਲਾਵਾਂ ਮਨ ਚ ਆਉਂਦੀਆਂ ਨੇ, ਕਈ ਤਰ੍ਹਾਂ ਦੇ ਅੰਦਰ ਢਹਿੰਦੇ ਕਲਾ ਦੇ ਖਿਆਲ ਪੈਦਾ ਹੁੰਦੇ ਨੇ। ਉਹ ਇਹ ਜਿਹੜੀ ਚੀਜ਼ ਹੈ ਮਨੁੱਖ ਨੂੰ ਉਸ ਪਾਸੇ, ਚੰਗੇ ਪਾਸੇ, ਸਤ ਸੰਗ ਵੱਲ, ਗੁਰੂ ਵੱਲ, ਰੱਬ ਵੱਲ, ਧਰਮ ਵੱਲ, ਭਲੇ ਵੱਲ, ਪਰਉਪਕਾਰ ਵੱਲ ਤੁਰਨ ਹੀ ਨਹੀਂ ਦਿੰਦੀ। ਆਲਸ ਪੈਰ ਪੈਰ ਉੱਤੇ ਬੰਦੇ ਨੂੰ ਠਿੱਬੀ ਲਾਓ। ਤੇ ਜਦੋਂ ਮਨ ਆਲਸੀ ਹੈ ਤੇ ਸਰੀਰ ਨਿਢਾਲ ਹੋ ਜਾਂਦਾ, ਤੁਰਦਾ ਨਹੀਂ, ਉਦਮ ਖਤਮ ਹੋ ਜਾਂਦਾ। ਸਹਿਜ ਅਵਲ ਧੂੜ ਮਣੀ ਗਾੜੀ ਚਾਲਤੀ। ਜਿਵੇਂ ਕੱਚੇ ਰਾਹ ਦੇ ਉੱਤੇ ਗੱਡਾ ਜਾ ਰਿਹਾ ਹੈ ਨਾ, ਤੇ ਬੜੇ ਹੌਲੀ ਹੌਲੀ, ਪਸ਼ੂ ਨੂੰ ਮਗਰ ਹਿੱਕਣ ਵਾਲਾ ਕੋਈ ਨਾ ਹੋਵੇ ਤੇ ਉਹ ਬੜਾ ਸਲੋ ਹੁੰਦਾ, ਹੌਲੀ ਹੌਲੀ ਹੁੰਦਾ ਜਾਏਗਾ। ਕਈ ਵਾਰ ਖਲੋ ਹੀ ਜਾਂਦਾ ਹੈ ਵੀ ਮੈਨੂੰ ਤੁਰਨਾ ਨਾ ਪਵੇ। ਤੋ ਮਨ ਜਿਹੜਾ, ਇਹਨੂੰ ਮਨ ਪਸ਼ੂ ਜਿਹੜਾ ਹੈ ਸਤ ਸੰਗਤ ਵਾਲੇ ਪਾਸੇ ਆਉਣ ਤੋਂ ਖਲੋਂਦਾ ਰਹੇਗਾ, ਖੁੰਝਾਉਂਦਾ ਰਹੇਗਾ ਵਕਤ। ਭਲੇ ਵਾਲੇ ਪਾਸੇ, ਪਰਉਪਕਾਰ ਵਾਲੇ ਪਾਸੇ ਵਕਤ ਖੁੰਝਾਉਂਦਾ ਰਹੇਗਾ। ਇਸੇ ਨੂੰ ਕਹਿ ਸਹਿਜ ਅਵਲ ਧੂੜ ਬਣੀ। ਧੂੜ ਮਣੀ ਦਾ ਮਤਲਬ ਹੁੰਦਾ ਗੰਦੇ ਕੱਪੜਿਆਂ ਵਾਲਾ ਭਾਰ ਲੈ ਕੇ ਸਰੀਰ ਦਾ ਗੱਡਾ, ਜਿਹਦੇ ਅੱਗੇ ਮਨ ਪਸ਼ੂ ਹੈ, ਬੜੇ ਆਲਸ ਨਾਲ ਤੁਰਦਾ। ਨਾ ਹੀ ਜਾਣਾ ਪਵੇ, ਨਾ ਹੀ ਕਰਨਾ ਪਵੇ, ਨਾ ਹੀ ਕੀਤਾ ਜਾਏ, ਵਕਤ ਖੁੰਝਾਏ, ਆਲਸੀ ਹੋਏ। ਪੀਛੇ ਤਿਨਕਾ ਲੈ ਕਰ ਹਾਕ। ਇਸੇ ਕਰਕੇ ਗੱਡੇ ਦੇ ਨਾਲ ਕਈ ਵਾਰ ਬੱਚੇ ਨੂੰ ਵੀ ਉੱਤੇ ਲੋਕ ਬਿਠਾ ਦਿੰਦੇ ਸਨ। ਆਪ ਪਿੰਡਾਂ ਦੇ ਵਿੱਚ ਅਸੀਂ ਵੇਖਿਆ, ਬੱਚਾ ਵੀ ਕਈ ਵਾਰ ਉਹਨੂੰ ਛੋਟਾ ਜਿਹਾ ਡੰਡਾ ਦੇਣਾ ਉੱਤੇ, ਉਹਨੂੰ ਕਹਿਣਾ ਵੀ ਇਹਨੂੰ ਮਾੜਾ ਮਾੜਾ ਛੇੜੀ ਜਾਈ, ਇਹ ਰਵਾਂ ਹੋ ਕੇ ਤੁਰਿਆ ਰਹੇਗਾ, ਇਹਦੀ ਚਾਲ ਬਣੀ ਰਹੇਗੀ। ਨਹੀਂ ਤੇ ਇਹਨੇ ਆਲਸੀ ਹੋ ਕੇ ਖਲੋ ਜਾਣਾ, ਨਹੀਂ ਤੇ ਬਹੁਤ ਹੌਲੀ ਤੁਰੇਗਾ, ਦੁਪਹਿਰ ਤੱਕ ਪਹੁੰਚੇਗਾ ਖੇਤਾਂ 'ਚ। ਉਹਨੂੰ ਕਿਹਾ ਹੈ ਪੀਛੇ ਤਿਨਕਾ। ਤਿਨਕਾ ਮਤਲਬ ਨਿੱਕਾ ਜਿਹਾ ਡੰਡਾ ਜਿਹਾ ਲੈ ਕੇ ਉਹਨੂੰ ਛੇੜਦੇ ਰਹਿਣਾ, ਮਤਲਬ ਉਹਨੂੰ ਉਦਮੀ ਕਰਦੇ ਰਹਿਣਾ ਵੀ ਚੱਲ, ਉਹਨੂੰ ਪ੍ਰੇਰਦੇ ਰਹਿਣਾ ਵੀ ਤੁਰ।
ਉਹ ਜਿਹੜੀ ਪ੍ਰੇਰਨਾ ਹੈ ਉਹ ਕਿਹੜੇ ਡੰਡੇ ਨਾਲ ਇਹਨੂੰ ਦਿੱਤੀ ਜਾਣੀ ਹੈ? ਪ੍ਰੇਰਨਾ ਹੀ ਇਹਦਾ ਡੰਡਾ, ਪ੍ਰੇਰਨਾ ਨਾਲ ਇਹਨੂੰ ਹਿੱਕਿਆ ਜਾਣਾ। ਭਾਵ ਮਨ ਨੂੰ ਪ੍ਰੇਰਦੇ ਰਹਿਣਾ ਵੀ ਨੇ ਕਰਨ ਯੋਗ ਹੈ, ਕਰ ਇਹਨੂੰ ਕਰ ਇਹਨੂੰ ਕਰ ਇਹਨੂੰ। ਉਹ ਪ੍ਰੇਰਨਾ ਜਿਹੜੀ ਹੈ ਉਹ ਬੜੀ ਜ਼ਰੂਰੀ ਚੀਜ਼ ਹੈ। ਜਿਗਿਆਸਾ ਵਿੱਚੋਂ ਪ੍ਰੇਰਨਾ ਨਿਕਲੇਗੀ। ਭੁੱਖ ਹੈ ਤੇ ਤੁਸੀਂ ਪ੍ਰੇਰਨਾ ਨੂੰ, ਜਿਸ ਨੂੰ ਆਪਣਾ ਮੋਟੀਵੇਟ ਹੋਵੋਗੇ, ਆਪਣੇ ਆਪ ਨੂੰ ਮੋਟੀਵੇਟ ਕਰਨਾ। ਕਈ ਬੰਦੇ ਤੁਸੀਂ ਵੇਖੋ ਆਪਣੇ ਸਾਰਿਆਂ ਦੇ ਜੀਵਨ 'ਚ ਰੋਗ ਨੇ, ਭਾਵੇਂ ਕਿਸੇ 'ਚ ਥੋੜਾ ਹੈ ਕਿਸੇ 'ਚ ਬਹੁਤ ਹੈ। ਕੋਈ ਚੰਗਾ ਕੰਮ ਕਰਨ ਲਈ ਤੁਸੀਂ ਥੋੜੀ ਜੀ ਗੱਲ ਸ਼ੁਰੂ ਕਰ ਲਓ ਨਾ, ਤੇ ਸਾਡੇ ਸਮਾਜ ਦੀ ਆਮ ਤੌਰ ਤੇ ਇਹ ਜ਼ਿਆਦਾ ਸਾਡੇ 'ਚ ਪ੍ਰੋਬਲਮ, ਇਸੇ ਕਰਕੇ ਅਸੀਂ ਕਿਤੇ ਪਹੁੰਚਦੇ ਨਹੀਂ। 1 2 4 ਬੰਦੇ ਜੇ ਯਤਨ ਕਰਨ ਵਾਲੇ ਹੋਣਗੇ ਤੇ ਬਾਕੀ 95 ਬੰਦੇ ਦਿਲ ਢਾਉਣ ਵਾਲੇ ਹੋਣ। ਉਹ ਕਹਿਣਗੇ ਛੱਡੋ ਪਰਾਂ, ਕਿਹੜੀ ਖਲਜਗਨ 'ਚ ਫਸਣ ਲੱਗੇ ਹੋ, ਕੀ ਨਿਕਲਣਾ ਇਹਦੇ 'ਚੋਂ, ਕੀ ਹੋਏਗਾ। ਤੇ ਇਹੋ ਜਿਹੇ ਬੰਦੇ ਵੀ ਜਦੋਂ ਉਹ 95% ਬੰਦੇ ਪੰਜਾਂ ਨੂੰ ਖਿੱਚਣ ਵਾਲੇ ਹੋਣਗੇ ਨਾ, ਪਛਾਣੋ ਬੜੀ ਸਿਚੁਏਸ਼ਨ ਅੜਪਟੀ ਜੀ ਬਣ ਜਾਂਦੀ ਵੀ ਕਰਨਾ ਹੈ ਨਹੀਂ ਤੇ ਕਰਨ ਦੇਣਾ ਵੀ ਨਹੀਂ, ਤੇ ਇਹਨਾਂ ਵੀ ਨਹੀਂ ਜ਼ਬਾਨ ਤੋਂ ਕਹਿਣਾ ਵੀ ਵਾਹ ਵਾਹ ਵੀ ਸ਼ਾਬਾਸ਼ ਕਰ ਲਓ। ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਨਾ ਅਸੀਂ ਕਰਨਾ ਤੇ ਨਾ ਇਹ ਕਰਨ। ਉਹਨਾਂ ਨੂੰ ਇਹ ਖਤਰਾ ਸਤਾਉਂਦਾ ਰਹਿੰਦਾ ਵੀ ਜੇ ਇਹਨਾਂ ਕਰ ਲਿਆ ਤੇ ਲੋਕ ਸਾਨੂੰ ਕਹਿਣਗੇ ਤੁਸੀਂ ਕਿਉਂ ਨਹੀਂ ਨਾਲ ਤੁਰਦੇ। ਇਸ ਕਰਕੇ ਕੱਲ ਨੂੰ ਸਾਨੂੰ ਕੋਈ ਨਾ ਆਖੇ, ਇਹਨਾਂ ਪੰਜਾਂ ਨੂੰ ਵੀ ਸਵਾ ਦਿਓ, ਬਿਠਾ ਦਿਓ, ਵੀ ਨਾ ਕੋਈ ਕਿਸੇ ਨੂੰ ਪੁੱਛੇ ਤੇ ਨਾ ਕੋਈ ਕਿਸੇ ਨੂੰ ਆਖੇ। ਤੋ ਜਿੱਥੇ ਕੰਮ ਵਿਗਾੜਨਾ ਹੋਵੇ 95 ਐਕਟਿਵ ਬਹੁਤ ਹੋਣਗੇ, ਸਭ ਤੋਂ ਅੱਗੇ ਉਹ ਹੋਣਗੇ। ਕੰਮ ਹੋ ਜਾਏ ਤੇ ਸਰੋਪੇ ਦੇ ਲਓ, 95 ਲੈ ਲੈਣਗੇ। ਸਨਮਾਨ ਦੇ ਦਿਓ 95 ਦੇ 95 ਕਹਿਣਗੇ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ। ਤੇ ਜਿਹੜਾ ਕਰਨ ਵਾਲਾ ਉਧਰ ਤੁਰਨਾ ਨਹੀਂ, ਜਿਹੜਾ ਹੋ ਚੁੱਕਿਆ ਉਹਦਾ ਕਹਿਣਗੇ ਵੀ ਅਸੀਂ ਕੀਤਾ, ਅਸੀਂ ਕਿਹਾ ਸੀ, ਅਸੀਂ ਪ੍ਰੇਰਿਆ ਸੀ। ਉਹ ਫਿਰ ਬੀਤੇ ਦੀਆਂ ਕਹਾਣੀਆਂ ਬਹੁਤ ਸੁਣਾਉਣਗੇ ਵੀ ਅਸੀਂ ਕੀਤਾ, ਐਵੇਂ ਕੀਤਾ, ਸਾਡੇ ਕਰਕੇ ਹੋਇਆ, ਮੈਂ ਆਹ ਯਤਨ ਕੀਤਾ, ਮੈਂ ਉਹ ਯਤਨ ਕੀਤਾ। ਜਿਹੜਾ ਕਰਨ ਵਾਲਾ ਉਹਦੇ 'ਚ ਜੇ ਇਨਵੋਲਵਮੈਂਟ ਨਹੀਂ ਹੈ, ਇਹੋ ਜਿਹੀ ਪਹਿਲਾਂ ਹੋਣੀ ਹੈ, ਤਾਂ ਉਹ ਇੱਕ ਟੇਸਟ ਬਣ ਜਾਂਦਾ ਹੈ ਕ੍ਰੈਡਿਟ ਲੈਣ ਦਾ। ਤਾਂ ਉਸ ਨੂੰ ਭਗਤ ਜੀ ਇੱਥੇ ਫਰਮਾਉਂਦੇ ਹਨ, ਜਿਹੜੀ ਜਗਿਆਸਾ ਹੈ ਉਹ ਪ੍ਰੇਰਨਾ ਦਾ ਤਿਨਕਾ ਲੈ ਕੇ, ਡੰਡਾ ਲੈ ਕੇ ਇਹਨੂੰ ਹਿੱਕਦੀ ਰਹਿੰਦੀ ਹੈ ਵੀ ਤੁਰ ਤੁਰ। ਆਪਣੇ ਆਪ ਨੂੰ ਮੋਟੀਵੇਟ ਕਰਦਾ ਰਹਿੰਦਾ ਮਨੁੱਖ। ਫਿਰ ਅੱਗੇ ਫਰਮਾਉਂਦੇ ਨੇ, ਧੋਬੀ ਧੋਵੈ ਬਿਰਹਿ ਬਿਰਾਤਾ। ਅੱਗੇ ਘਾਟ ਦੇ ਉੱਤੇ ਇੱਕ ਧੋਬੀ ਬੈਠਾ ਜਿਹਨੇ ਕੱਪੜੇ ਧੋਣੇ ਨੇ। ਉਹ ਕੌਣ ਹੈ? ਧੋਬੀ ਗੁਰੂ। ਗੁਰੂ ਧੋਬੀ, ਬਿਰਹਿ, ਬਿਰਹਿ ਦਾ ਮਤਲਬ ਪ੍ਰੇਮ, ਬਿਰਾਤਾ ਰਤਿਆ ਹੋਇਆ, ਜਿਹੜਾ ਰੱਬ ਦੇ ਪਿਆਰ 'ਚ ਰਤਿਆ ਹੋਇਆ ਹੈ ਧੋਬੀ। ਧੋਬੀ ਆਪਣਾ ਕੰਮ ਮਨ ਲਾ ਕੇ ਕਰੇਗਾ, ਕਿਸਾਨ ਆਪਣਾ ਕੰਮ ਕਰੇਗਾ ਤੇ ਮਨ ਲਾ ਕੇ ਕਰੇਗਾ। ਤੇ ਗੁਰੂ ਜਿਹੜਾ ਹੈ, ਗੁਰੂ ਸਾਨੂੰ ਸਵਾਰਨ ਦਾ ਜਿਹੜਾ ਕਰਮ ਹੈ ਉਹ ਆਪਣਾ ਕੰਮ ਸਮਝ ਕੇ ਕਰਦਾ ਹੈ। ਚਲਾਵਾ ਕੰਮ ਨਹੀਂ ਕਰਦਾ ਵੀ ਇਹ ਹੀ ਹੈ, ਕੋਈ ਨਹੀਂ, ਜੇ ਸੁਧਰ ਜਾਏਗਾ ਠੀਕ ਹੈ, ਨਹੀਂ ਤਾਂ ਨਹੀਂ। ਗੁਰੂ ਐਵੇਂ ਸਮਝਦਾ ਵੀ ਮੈਂ ਆਪਣਾ ਕੰਮ ਕਰ ਰਿਹਾ। ਉਹ ਸੱਜਣ ਕੋਲ ਗਏ, ਉਹਨੂੰ ਸਵਾਰਿਆ, ਉਹਨੂੰ ਉਪਦੇਸ਼ ਦਿੱਤਾ, ਇਵੇਂ ਸਮਝ ਕੇ ਗਏ ਵੀ ਜਿਵੇਂ ਮੇਰਾ ਕੰਮ ਹੈ। ਨਹੀਂ ਤਾਂ ਆਪਾਂ ਕਹਿ ਦਿੰਦੇ ਛੱਡੋ ਪਰ ਸਾਨੂੰ ਕੀ, ਕਿਸੇ ਦਾ ਕੰਮ ਹੈ, ਬੰਦੇ ਦਾ ਭਲਾ ਹੋਵੇ ਹੋ ਜੇ, ਨਹੀਂ ਹੁੰਦਾ ਤੇ ਨਾ ਸਹੀ। ਇਹ ਹੁੰਦਾ ਹੈ ਮਜਬੂਰੀ 'ਚ ਫੋਰਸ ਹੋ ਕੇ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਕਰਕੇ ਭਲਿਆ ਕਰਨ ਕੰਮ ਤੁਰਨਾ, ਭਲਾ ਕੰਮ ਕਰਨ ਤੁਰਨਾ। ਪਰ ਇੱਕ ਹੁੰਦਾ ਹੈ ਤੁਹਾਡੀ ਅੰਤਰਾਤਮੇ 'ਚੋਂ ਚਾਹ ਪੈਦਾ ਹੁਣ ਮੈਂ ਕਰਨਾ ਹੈ, ਮੇਰਾ ਹੀ ਕੰਮ ਹੈ, ਸਮਝੋ ਆਪਣਾ ਸਮਝ ਕੇ ਕਰ। ਰੱਬੀ ਪ੍ਰੇਮ ਵਿੱਚ ਰਤਾ ਹੋਇਆ ਗੁਰੂ ਆਪਣਾ ਕੰਮ ਸਮਝ ਕੇ ਫਿਰ ਸਾਡੇ ਫੁਰਨਿਆਂ ਨੂੰ ਸਾਫ਼ ਕਰਦਾ ਹੈ, ਸਾਡੇ ਅੰਤਰਾਤਮੇ ਨੂੰ ਸਵਾਰਨ ਦਾ ਆਹਰ ਕਰਦਾ ਹੈ, ਯਤਨ ਕਰਦਾ ਹੈ, ਧੋਂਦਾ ਹੈ ਸ਼ਬਦ ਨਾਲ। ਹਰ ਚਰਨ ਮੇਰਾ ਮਨ ਰਾਤਾ। ਇਸ ਕਰਕੇ ਗੁਰੂ ਦੀ ਕਿਰਪਾ ਨਾਲ ਹੀ ਮੇਰਾ ਮਨ ਪਰਮੇਸ਼ਰ ਦੀ ਯਾਦ, ਉਹਦੀ ਸਮਰਪਣ ਭਾਵਨਾ ਵਿੱਚ ਰਤਾ ਹੋਇਆ। ਭਣਤ ਨਾਮ ਦਿਓ ਰਮ ਰਹਿਆ। ਫਿਰ ਸਮਝ ਪਈ ਨਾਮ ਦਿਓ ਆਖ ਕਿ ਉਹ ਪਰਮੇਸ਼ਰ ਰਮਿਆ ਹੋਇਆ, ਹਰ ਜਗ੍ਹਾ ਤੇ ਵਿਆਪਕ ਹੈ। ਇਹ ਮੈਨੂੰ ਗੁਰੂ ਦੀ ਬਖਸ਼ਿਸ਼ ਨਾਲ ਗੱਲ ਸਮਝ ਵਿੱਚ ਆਈ। ਫਿਰ ਫਰਮਾਉਂਦੇ ਹਨ, ਆਪਣੇ ਭਗਤ ਪਰ ਕਰ ਦਇਆ। ਇਵੇਂ ਮੇਰਾ ਮਾਲਕ ਵਾਹਿਗੁਰੂ ਆਪਣੇ ਪਿਆਰਿਆਂ ਤੇ ਸਤ ਸੰਗਤ ਰਾਹੀਂ ਤੇ ਗੁਰੂ ਦੀ ਬਖਸ਼ਿਸ਼ ਰਾਹੀਂ ਦਇਆ ਕਰਦਾ ਹੈ, ਕਿਰਪਾ ਕਰਦਾ, ਉਹਨਾਂ ਨੂੰ ਇਵੇਂ ਇਹ ਜੀਵਨ ਪ੍ਰਦਾਨ ਕਰਦਾ ਹੈ, ਉਹਨਾਂ ਦੇ ਅੰਦਰ ਪ੍ਰੇਰਨਾ, ਉਹਨਾਂ ਅੰਦਰ ਜਗਿਆਸਾ ਪੈਦਾ ਕਰਕੇ, ਉਹਨਾਂ ਨੂੰ ਸਤ ਸੰਗਤ ਦਾ ਆਸਰਾ ਦੇ ਕੇ, ਗੁਰੂ ਨਾਲ ਸਾਂਝ ਬਣਵਾ ਕੇ, ਸ਼ਬਦ ਰਾਹੀਂ ਅੰਤਰਾਤਮੇ ਨੂੰ ਸਵਾਰ ਕੇ, ਇਸ ਤਰ੍ਹਾਂ ਵਾਹਿਗੁਰੂ ਇਹਨਾਂ ਰੂਪਾਂ ਵਿੱਚ ਆਪਣੇ ਪਿਆਰਿਆਂ ਤੇ ਦਇਆ ਕਰਕੇ ਉਹਨਾਂ ਦੇ ਜੀਵਨ ਨੂੰ ਉੱਚਿਆਂ ਚੁੱਕ ਦਿੰਦਾ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।